ਬੰਗਾਲ ਝਾਰਖੰਡ ਅਤੇ ਪੰਜਾਬ ਦੀਆਂ ਹਰ ਖਬਰਾਂ देश तो लैके विदेश दियां हर हलचलां ਗੱਲ ਹੋਵੇਗੀ ਗੁਰਬਾਣੀ ਵਿਚਾਰ ਦੀ सिक्खी सिद्धांतां दी ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ पंजाबी पोस्ट 7 ਦਿਨ ਬੰਗਾਲ SDTV ਤੇ। श्री अकाल तख्त साहिब विखे सख्त फैसले लै गए ने। इस वक्त मौजूदा खबर आ रही है पंजाब तो अमृतसर विखे श्री अकाल तख्त साहिब दे सख्त फैसले लै गए ने। श्री अकाल तख्त साहिब विखे 5 सिंह साहिबान की चल रही सी बैठक। इस बैठक विच मौजूद सन सिंह साहिब ज्ञानी हरप्रीत सिंह जत्थेदार श्री अकाल तख्त साहिब, सिंह साहिब ज्ञानी रणजीत सिंह जत्थेदार तख्त श्री हरमंदर साहिब पटना साहिब, सिंह साहिब ज्ञानी रघबीर सिंह जत्थेदार तख्त श्री केसगढ़ साहिब आनंदपुर साहिब, सिंह साहिब ज्ञानी हरमिंदर सिंह जी ग्रंथी श्री दरबार साहिब, सिंह साहिब ज्ञानी दिलबाग सिंह जी पंज प्यारे श्री अकाल तख्त साहिब जी दे हेठ होए इस बैठक 'ਚ ਲੈ ਗਏ ਨੇ। सिख कौम ਦੇ ਵਿੱਚ ਚੱਲ ਰਹੇ ਵਿਵਾਦਾਂ ਉੱਤੇ ਕੜੇ ਫੈਸਲੇ। ਆਓ ਆਪਾਂ ਸੁਣਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਅਕਾਲ ਤਖਤ ਜੀ ਦੇ ਕੀ ਹੁਕਮ ਸੁਣਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਮਤੇ ਅਨੁਸਾਰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਬਲੀਕੇਸ਼ਨ ਵਿਭਾਗ ਦੇ ਵਿੱਚ 267 ਸਟਾਕ ਦੇ ਵਿੱਚੋਂ ਘੱਟ ਹੋਣ ਸੰਬੰਧੀ ਸ਼ਿਕਾਇਤ ਦੀ ਪੜਤਾਲ ਲਈ ਇੱਕ ਪੜਤਾਲੀਆ ਕਮਿਸ਼ਨ ਬਣਾਇਆ ਗਿਆ ਸੀ। ਉਹਦੀ ਰਿਪੋਰਟ ਆਈ ਹੈ ਤੇ ਰਿਪੋਰਟ ਵਿੱਚ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜ਼ਰ ਦੇ ਵਿੱਚ ਠੀਕ ਢੰਗ ਦੇ ਨਾਲ ਮੇਨਟੇਨ ਨਹੀਂ ਕੀਤੇ ਗਏ ਸਨ। ਓਪਨ ਅਤੇ ਕਲੋਜ਼ਿੰਗ ਲੈਜ਼ਰ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਗਈ। ਸਾਲ 2013-14 ਅਤੇ 14-15 ਦੀਆਂ ਲੈਜ਼ਰਾਂ ਨੂੰ ਚੈੱਕ ਕਰਨ ਤੇ ਪਾਇਆ ਕਿ ਪ੍ਰੈਸ ਤੇ ਪਬਲੀਕੇਸ਼ਨ ਵਿਭਾਗ ਦੀਆਂ ਲੈਜ਼ਰਾਂ ਵਿੱਚ 18/8/2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਜਿਹੜੇ ਸਨ ਉਹ ਘੱਟ ਸਨ। ਇਸ ਤੋਂ ਇਲਾਵਾ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੀ ਅੰਗਾਂ ਤੋਂ ਅਣਅਧਿਕਾਰਤ ਤਰੀਕੇ ਦੇ ਨਾਲ ਕੁਝ ਪਾਵਨ ਸਰੂਪ ਤਿਆਰ ਕਰਵਾ ਕੇ ਬਿਨਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਸਰੂਪ ਤਿਆਰ ਕਰਵਾਏ ਗਏ ਤੇ ਇੱਕ ਵਾਰ 125 ਪਾਵਨ ਸਰੂਪ ਅਣਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਤਿਆਰ ਜਿਹੜੇ ਆ ਉਹ ਕਰਵਾਏ ਗਏ। ਮਿਤੀ 28/8/2015 ਤੋਂ 31/5/2020 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿੱਚ ਸਟੋਰ ਲੈਜ਼ਰ ਦੇ ਵਿੱਚੋਂ 267 ਸਰੂਪ ਘੱਟ ਸਨ। ਇਸ ਸਮੇਂ ਦੌਰਾਨ ਬਿੱਲਾਂ ਤੇ ਟੁੱਚਾਂ ਵਿੱਚ ਵੀ ਕਾਫੀ ਅੰਤਰ ਪਾਇਆ ਗਿਆ ਹੈ। ਲੈਜ਼ਰਾਂ ਦੇ ਨਾਲ ਛੇੜਛਾੜ ਦੇ ਮਾਮਲੇ ਵੀ ਸਾਹਮਣੇ ਆਏ ਹੈ ਔਰ ਸਭ ਤੋਂ ਵੱਡੀ ਗੱਲ ਕਿ 2016 ਤੋਂ ਹੁਣ ਤੱਕ ਆਡਿਟ ਜਿਹੜਾ ਉਹ ਨਹੀਂ ਕਰਵਾਇਆ ਗਿਆ। ਇਸ ਤਰ੍ਹਾਂ ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਜਿਹੜੀ ਹੈ ਉਹ ਸਾਬਤ ਹੋਈ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਸ਼ਾਰਟ ਨੋਟਿਸ ਤੇ ਅੰਤਰਿਮ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਕਰਮਚਾਰੀਆਂ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਜਿਹੜੀ ਹੈ ਸਖਤ ਤੋਂ ਸਖਤ ਕੀਤੀ ਜਾਏ। ਇਸੇ ਤਰ੍ਹਾਂ ਹੀ ਮਿਤੀ 19/5/2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਤੇ 2016 ਦੀ ਸਮੁੱਚੀ ਅੰਤਰਿਮ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਤਾਤਾਪ ਜਿਹੜਾ ਉਹ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤਰਿਮ ਕਮੇਟੀ ਅਤੇ ਚੀਫ ਸਕੱਤਰ ਪੰਜ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿੱਚ 18 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਹੈ ਉਹ ਨਿੱਜੀ ਤੌਰ ਦੇ ਉੱਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ। ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ਵਿੱਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ ਕਮੇਟੀ ਦੀ ਰਿਪੋਰਟ ਪੁੱਜੀ ਹੈ, ਜਿਸ ਤੋਂ ਸਾਬਤ ਹੋਇਆ ਹੈ ਕਿ ਇਸਨੇ ਗੁਰਮਤ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹਨਾਂ ਕਥਨਾਂ ਸੰਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਤੇ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀਆਂ ਗਲਤੀ ਬਿਆਨੀਆਂ ਲਈ ਪੇਸ਼ ਹੋ ਕੇ ਮਾਫੀ ਨਹੀਂ ਮੰਗਦਾ ਉਹਨਾਂ 'ਚ
ਇਸ ਦੇ ਸਮਾਗਮ ਜਿਹੜੇ ਆ ਉਹ ਗੁਰਦੁਆਰੇ ਸਾਹਿਬਾਨ ਦੇ ਵਿੱਚ ਨਾ ਕਰਵਾਏ ਜਾਣ। ਜੇਕਰ ਕੋਈ ਸਮਾਗਮ ਕਰਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜ਼ਿੰਮੇਵਾਰ ਹੋਵੇਗਾ। ਨਾ ਇਸ ਨੂੰ ਸੁਣਿਆ ਜਾਵੇ ਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ। ਜੇ ਅਜੇ ਵੀ ਬਾਜ਼ ਨਾ ਆਇਆ ਤਾਂ ਇਸ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਇਸੇ ਤਰ੍ਹਾਂ ਹਰਿੰਦਰ ਸਿੰਘ ਨਰਵੈਰ ਖਾਲਸਾ ਯੂਕੇ ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸੰਬੰਧ ਵਿੱਚ ਸ਼ਿਕਾਇਤਾਂ ਪੁੱਜੀਆਂ ਸਨ, ਜਿਸ ਦੀ ਇਸ ਨੂੰ ਪੱਤਰਕਾਰ ਨੰਬਰ ਆੜਾ ਤੱਤਾ 19377 ਮਿਤੀ 6/1/2020 ਰਾਹੀਂ 15 ਦਿਨ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਸੀ। ਇਸ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਹੀਂ ਭੇਜਿਆ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਨੂੰ ਸਮਰਪਿਤ ਤੇ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਇਹ ਆਪਣੀ ਗਲਤੀ ਬਿਆਨੀਆਂ ਲਈ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦਾ, ਉਹਨਾਂ ਚਿਰ ਇਸ ਦੇ ਸਮਾਗਮ ਵੀ ਜਿਹੜੇ ਉਹ ਨਾ ਕਰਵਾਏ ਜਾਣ। ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਸਨ ਕਿ ਰਬਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ BC ਕੈਨੇਡਾ ਵਿਖੇ ਆਪਣੀ ਨਿੱਜੀ ਸੰਸਥਾ ਸਤਨਾਮ ਰਿਲੀਜੀਅਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਤੀ 9/5/1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ, ਜਿਸ ਵਿੱਚ ਸਪਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ। ਇਹਨਾਂ ਨੇ ਬਿਨਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ, ਜਿਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਕੈਨੇਡਾ ਨਿਵਾਸੀ ਰਬਦਮਨ ਸਿੰਘ ਮਲਕ, ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸੰਬੰਧੀ ਆਪਣਾ ਸਪਸ਼ਟੀਕਰਨ 1 ਮਹੀਨੇ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ। ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਹਨਾਂ ਵੱਲੋਂ ਹੁਣ ਤੱਕ ਤਿਆਰ ਕੀਤੇ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਡੈਲਟਾ ਸਰੀ BC ਕੈਨੇਡਾ ਵਿਖੇ ਮੋਤਬਰ ਸਿੱਖਾਂ ਦੀ ਹਾਜ਼ਰੀ ਵਿੱਚ ਸੁਭਾਈਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਕਿ ਇਹਨਾਂ ਵੱਲੋਂ ਤਿਆਰ ਕੀਤੇ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ ਤਤਕਰੇ ਤੋਂ ਲੈ ਕੇ ਰਾਗਮਾਲਾ ਤੀਕ ਬਾਅਦ ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ 6 ਮਹੀਨੇ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀ ਜਾਵੇ। ਪਿਛਲੇ ਦਿਨੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ ਊੜਾ ਫਾਰਮ ਸੰਬੰਧੀ ਅਮਰ ਛਕੇ ਜਾਂ ਨਾ ਛਕੇ ਹੋਣ ਸੰਬੰਧੀ ਜਾਣਕਾਰੀ ਮੰਗੀ ਗਈ ਸੀ। ਬਾਰ-ਬਾਰ ਪੱਤਰਕਾਵਾਂ ਭੇਜਣ ਤੇ ਵੀ ਇਹਨਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਪ੍ਰਧਾਨ ਚੀਫ ਖਾਲਸਾ ਦੀਵਾਨ ਅਤੇ ਅਹੁਦੇਦਾਰ ਸੰਬੰਧਿਤ ਜਾਣਕਾਰੀ ਲੈ ਕੇ ਖੁਦ ਮਿਤੀ 18/9/2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 10 ਵਜੇ ਹਾਜ਼ਰ ਹੋਣ। ਬਾਬਾ ਸ਼ਮਸ਼ੇਰ ਸਿੰਘ ਜਗਨਨਾਥਪੁਰੀ ਉੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ ਹੈ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ ਹੈ, ਜਦਕਿ ਇਹ ਉਹ ਸਥਾਨ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਉਚਾਰੀ ਸੀ। ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖ਼ਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵੱਲੋਂ ਜ਼ਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ, ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਬਾਬਾ ਸ਼ਮਸ਼ੇਰ ਸਿੰਘ 1 ਮਹੀਨੇ ਦੇ ਅੰਦਰ ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇ, ਨਹੀਂ ਤਾਂ ਅਗਲੀ ਇਕੱਤਰਤਾ ਵਿੱਚ ਗੁਰਮਤ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਪਰ ਸਖਤ ਕਾਰਵਾਈ ਕੀਤੀ ਜਾਏਗੀ। ਸੁੱਚਾ ਸਿੰਘ ਲਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਮਾਫੀ ਨਹੀਂ ਹੈ, ਇਸ ਲਈ ਸੰਗਤਾਂ ਇਸ ਨਾਲ ਮਿਲਵਰਤਨ ਜਿਹੜਾ ਹੈ ਉਹ ਬਿਲਕੁਲ ਨਾ ਰੱਖਣ। ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਯੁੱਧਿਆ ਵਿਖੇ ਇੱਕ ਸਮਾਗਮ ਵਿੱਚ ਦਿੱਤੇ ਬਿਆਨ ਦੇ ਨਾਲ ਸਾਡੀ ਜਿਹੜੀ ਹੈ ਪੰਜੇ ਸਿੰਘ ਸਾਹਿਬਾਨਾਂ ਦੀ ਅਸਹਿਮਤੀ ਹੈ ਔਰ ਸਿੱਖ ਇੱਕ ਵੱਖਰੀ ਕੌਮ ਹੈ। ਅਸੀਂ ਸਾਰੀ ਦੁਨੀਆ ਨੂੰ, ਸਾਰੇ ਸੰਸਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਸੀ, ਵੱਖਰੀ ਕੌਮ ਹੈ ਅਤੇ ਵੱਖਰੀ ਕੌਮ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਪਸ਼ਟੀਕਰਨ ਜਾਂ ਸਰਟੀਫਿਕੇਟ ਲੈਣ ਦੀ ਜਿਹੜੀ ਹੈ ਕੋਈ ਲੋੜ ਨਹੀਂ ਹੈ। ਪਿਛਲੇ ਦਿਨੀ ਗੁਰਦੁਆਰਾ ਸਾਹਿਬਾਨ ਵਿੱਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜੋ ਕਿ ਉਚਿਤ ਨਹੀਂ ਹੈ, ਕਿਉਂਕਿ ਅਰਦਾਸ ਕਰਨਾ ਸਿੱਖਾਂ ਦਾ ਧਾਰਮਿਕ ਫਰਜ਼ ਹੈ। ਸਿੱਖ ਹਮੇਸ਼ਾ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦੇ ਹਨ। ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ, ਪਰ ਪੈਸੇ ਦੇ ਲਾਲਚ ਵਿੱਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ। ਸਿੱਖ ਨੌਜਵਾਨਾਂ ਨੂੰ ਉਕਸਾਊ ਬਿਆਨਾਂ ਤੋਂ ਸੁਚੇਤ ਹੋਣ ਦੀ ਅੱਜ ਬਹੁਤ ਵੱਡੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। नहीं, अच्छा लग रहा है कि पूरे पश्चिम बंगाल में कहीं भी ये इस तरह का पंजाबी न्यूज़ चैनल बंगाल में कहीं भी नहीं था। तो आसनसोल से ये पंजाबी न्यूज़ चैनल जो बंगाल में चालू हो रहा है, इसके लिए मैं बहुत बहुत आप सारे लोगों को बधाई देता हूँ और मुझे उम्मीद है कि इससे इस भाषा को समझने में अन्य भाषा के जो लोग हैं उनको सुविधा मिलेगी और जो इन्फॉर्मेशन अपनी भाषा में इन्फॉर्मेशन लेने का जो मज़ा है, हालांकि पंजाबी जो लोग हैं वो दूसरी भाषा भी समझते हैं, लेकिन अपनी भाषा में खबर मिले तो उसका जो आनंद आता है, जो पहले नहीं मिल पाता था,
वो उनको मिलेगा, उन्हें भी अंदर से बहुत खुशी आएगी। ये बहुत सराहनीय कदम है। मुझे उम्मीद है कि हर कसौटी पर आप लोग खरा उतरेंगे। बहुत बहुत बधाई आपको। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰਿਆਂ ਵਾਸਤੇ ਬੜੇ ਗਰਵ ਦੀ ਗੱਲ ਹੈ ਕਿ ਪਹਿਲੀ ਵਾਰ ਕੋਈ ਪੰਜਾਬੀ ਚੈਨਲ ਸਾਡੇ ਇਸ ਇਲਾਕੇ 'ਚ ਆਪਣਾ 7 ਦਿਨ ਪੋਸਟ ਜਿਹੜਾ ਹੈਗਾ, ਇਹ ਫਸਟ ਟਾਈਮ ਸਾਡੇ ਕੋਲ ਇੱਥੇ ਕੋਈ ਪੰਜਾਬੀ ਚੈਨਲ ਆਇਆ ਜਿਸ 'ਚ ਸਾਡੇ ਸਿੱਖਾਂ ਦੀ ਬੋਲੋ ਜਾਂ ਸਾਡੇ ਪੰਜਾਬੀਆਂ ਦੀ ਗੱਲ ਜਿਹੜੀ ਹੈ ਉਹ ਰੱਖੀ ਜਾ ਸਕ ਰਹੀ ਹੈ ਔਰ ਜਿਹੜੇ ਮੁੱਦੇ ਸਾਡੇ ਨਾਲ ਕਨੈਕਟਡ ਨੇ ਉਹ ਚੁੱਕੇ ਜਾ ਰਹੇ ਆ। ਸਾਡੇ ਤਰਫੋਂ, ਮੇਰੀ ਤਰਫੋਂ, ਆਸਨਸੋਲ ਗੁਰਦੁਆਰਾ ਮੰਡੀ ਪ੍ਰਬੰਧਕ ਕਮੇਟੀ ਤਰਫੋਂ ਸਾਨੂੰ ਇਹਨਾਂ ਨੂੰ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਇੱਕ ਤਾਂ ਸਾਡੇ ਕੋਲ ਆਏ ਨੇ ਸਾਡਾ ਵਿਊ ਪੁੱਛਣ, ਔਰ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਏ ਇਸ ਗੱਲ ਦੀ ਕਿ ਇਹਨਾਂ ਨੇ ਇਹ ਚੈਨਲ ਸ਼ੁਰੂ ਕੀਤਾ। ਸਾਡੀ ਸਾਰੀ ਸਪੋਰਟ ਇਹਨਾਂ ਨਾਲ ਇਸ ਚੀਜ਼ 'ਚ ਰਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪੰਜਾਬੀ ਚੈਨਲ ਚਾਲੂ ਕੀਤਾ ਸਰਦਾਰ ਮੋਹਨ ਸਿੰਘ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਗੇ ਲੱਗ ਕੇ ਬਹੁਤ ਇਹਨਾਂ ਦੇ ਇਲਾਕੇ 'ਚ ਵੀ ਇਹਨਾਂ ਦੀ ਬਹੁਤ ਮਤਲਬ ਜਾਣ ਪਛਾਣ ਆ। ਕਾਫੀ ਚੈਨਲ ਜਿਹੜੇ ਚੈਨਲਾਂ ਦਾ ਕੰਮ ਕਰ ਰਹੇ ਸੀ ਪਹਿਲੇ, ਉਹ ਵੀ ਚੈਨਲਾਂ ਦਾ ਬੜਾ ਇਹਨਾਂ ਦਾ ਯੋਗਦਾਨ ਸੀ। ਬਾਕੀ ਸਾਰੇ ਚੈਨਲਾਂ ਦਾ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਪਹੁੰਚਦੇ ਆ। ਇਹ ਬੱਚਾ ਸਾਡਾ ਬਹੁਤ ਤਰੱਕੀ ਕਰ ਰਿਹਾ, ਇਹਦਾ ਅਸੀਂ ਧੰਨਵਾਦ ਕਰਦੇ ਹਾਂ। ਇੱਦਾਂ ਤਰੱਕੀਆਂ ਕਰਦਾ ਰਹੇ, ਇੱਦਾਂ ਹੀ ਪੰਜਾਬੀ ਚੈਨਲ ਚਲਾਉਂਦਾ ਰਹੇ। ਅਸੀਂ ਬਹੁਤ ਵਧੀਆ ਸਾਨੂੰ ਲੱਗਾ ਅੱਜ ਸੁਣਿਆ ਵੀ ਇਹਨਾਂ ਦੇ ਨਵਾਂ ਚੈਨਲ ਚਾਲੂ ਕੀਤਾ ਹੈ, ਬਹੁਤ ਖੁਸ਼ੀ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਵੈਲਫੇਅਰ ਸੁਸਾਇਟੀ ਆਸਨਸੋਲ ਵੈਸਟ ਬੰਗਾਲ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਸਰਦਾਰ ਸੁਰਜੀਤ ਸਿੰਘ ਮੱਕੜ ਪੰਜਾਬੀ ਪੋਸਟ 7 ਦਿਨ ਵੈਸਟ ਬੰਗਾਲ ਨਵਾਂ ਚੈਨਲ ਚਾਲੂ ਹੋਣ ਵਾਸਤੇ ਸਰਦਾਰ ਮੋਹਨ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਨਾਲ ਹੀ ਇਹਨਾਂ ਦੇ ਪੂਰਾ ਪਰਿਵਾਰ ਜਿਹੜਾ ਪੂਰੇ ਇਸ ਇਲਾਕੇ 'ਚ ਗੁਰਸਿੱਖਾਂ ਦੀ ਸੇਵਾ ਕਰ ਰਿਹਾ, ਕੌਮ ਦੀ ਸੇਵਾ ਕਰ ਰਹੇ ਹਨ। ਬਾਕੀ ਇਹਨਾਂ ਦੇ ਪਿਤਾ ਸਰਦਾਰ ਅਰਜੁਨ ਸਿੰਘ ਜੀ ਜਾਂ ਇਹਨਾਂ ਦੇ ਭਰਾ ਗੁਰਮਤਿ ਲਹਿਰੀ ਦੀ ਆਰਗੇਨਾਈਜੇਸ਼ਨ ਦੀ ਪੂਰੇ ਬੰਗਾਲ, ਬਿਹਾਰ, ਝਾਰਖੰਡ ਸਿੱਖ ਬੱਚਿਆਂ ਨੂੰ ਜਾਂ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਗੁਰਸਿੱਖੀ ਨਾਲ ਜੋੜ ਰਹੇ ਹਨ। ਨਾਲ ਹੀ ਸਰਦਾਰ ਮੋਹਨ ਸਿੰਘ ਜੀ ਨਵੇਂ ਚੈਨਲ ਦੇ ਥਰੂ ਬੰਗਾਲ, ਬਿਹਾਰ, ਝਾਰਖੰਡ ਹੋਰ ਵੀ ਕਈ ਸਟੇਟਾਂ ਸੇਵਾ ਨਿਭਾਉਣ ਦੀ ਸਟਾਰਟਿੰਗ ਕਰ ਰਹੇ ਹਨ। ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਾਂ ਇਹ ਚੈਨਲ ਪੂਰੇ ਹਿੰਦੁਸਤਾਨ ਕੀ ਪੂਰੀ ਦੁਨੀਆ ਵਿੱਚ ਸਕਸੈਸਫੁਲ ਫੇਮਸ ਹੋਵੇ ਤਾਂ ਕਿ ਸਿੱਖ ਕੌਮ ਦੇ ਚੜ੍ਹਦੀਆਂ ਕਲਾ ਵਾਸਤੇ ਜੋ ਵੀ ਲੋੜ ਹੈ ਇਹ ਸੇਵਾ ਕਰ ਰਹੇ ਹੋ ਅੱਗੇ ਕਰਨ, ਸਕਸੈਸਫੁਲ ਹੋਵੇ। ਅਸੀਂ ਅਕਾਲ ਪੁਰਖ ਅੱਗੇ ਇਹ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੀ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਵਧਾਈ ਦੇਣੀ ਚਾਹੁੰਦਾ ਹਾਂ ਕਿ ਪਹਿਲੀ ਵਾਰ ਮੇਰੀ ਇਹ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਪਹਿਲੀ ਵਾਰ ਇਸ ਵੈਸਟ ਬੰਗਾਲ ਅਤੇ ਝਾਰਖੰਡ ਦੇ ਵਿੱਚ ਪੰਜਾਬੀ ਪੋਸਟ ਨਾਂ ਦਾ ਚੈਨਲ 7 ਦਿਨ ਬੰਗਾਲ ਕਰਕੇ 7 ਡੇ ਬੰਗਾਲ ਜਿਹੜਾ ਚੱਲਿਆ ਹੈ। ਇਹ ਸਾਡੇ ਸਿੱਖਾਂ ਵਾਸਤੇ, ਖਾਸ ਕਰਕੇ ਪੰਜਾਬੀਆਂ ਵਾਸਤੇ ਬੜੀ ਗਰਵ ਦੀ ਗੱਲ ਹੈ। ਔਰ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹਦੇ ਵਿੱਚ ਮੇਰੇ ਵੀਰ, ਮੇਰਾ ਛੋਟਾ ਵੀਰ, ਮੇਰੇ ਬੱਚਿਆਂ ਵਰਗਾ ਮੋਹਨ ਸਿੰਘ, ਸਤਿਗੁਰੂ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਔਰ ਇਸ ਚੈਨਲ ਦੀ ਦਿਨ ਦੁਣੀ ਰਾਤ ਚੌਗੁਣੀ ਤਰੱਕੀ ਹੋਵੇ ਔਰ ਇਹਦੇ ਵਿੱਚ ਚੰਗੇ ਖਾਲਸਾ ਪੰਥ ਬਾਰੇ, ਸਿੱਖ ਇਤਿਹਾਸ ਬਾਰੇ, ਗੁਰਬਾਣੀ ਬਾਰੇ ਔਰ ਜਿਹੜਾ ਵੀ ਸਾਡਾ ਇਲਾਕਾ ਹੈਗਾ ਹੈ ਝਾਰਖੰਡ ਅਤੇ ਬੰਗਾਲ ਦਾ, ਜਿੱਥੇ ਜਿੱਥੇ ਮੇਰੇ ਸਿੱਖ ਅਤੇ ਪੰਜਾਬੀ ਵੀਰ ਵਸੇ ਨੇ, ਸਾਡਾ ਬੰਗਾਲੀਆਂ ਦੇ ਨਾਲ, ਬੰਗਾਲ ਦੇ ਨਾਲ, ਝਾਰਖੰਡ ਦੇ ਨਾਲ ਬਹੁਤ ਨਿੱਘਰ ਅਤੇ ਅੱਛਾ ਪਿਆਰ ਜਿਹੜਾ ਬਣਿਆ ਹੈ। ਇਹ ਪੰਜਾਬੀ ਪੋਸਟ ਇਸ ਨੂੰ ਹੋਰ ਪਰਪੱਕ ਅਤੇ ਮਜ਼ਬੂਤ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਵਾਗਤ ਕਰਦਾ ਹਾਂ ਪੰਜਾਬੀ ਪੋਸਟ ਚੈਨਲ ਦਾ। ਇਸ ਇਲਾਕੇ ਵਿੱਚ ਸਖਤ ਲੋੜ ਸੀ ਔਰ ਕੋਈ ਵੀ ਪੰਜਾਬੀ ਚੈਨਲ ਪੰਜਾਬੀ ਦੀਆਂ ਖਬਰਾਂ ਨੂੰ ਕਵਰ ਕਰਨ ਵਾਸਤੇ, ਔਰ ਖਾਸ ਕਰਕੇ ਸਾਨੂੰ ਇਸ ਚੈਨਲ 'ਤੇ ਮਾਣ ਹੈ ਕਿ ਇਸ ਵਿੱਚ ਸਰਦਾਰ ਮੋਹਨ ਸਿੰਘ, ਖਾਸ ਕਰਕੇ ਗੁਰਬਾਣੀ ਦਾ ਵੀ ਜਿਨ੍ਹਾਂ ਨੂੰ ਗਿਆਨ ਹੈ ਔਰ ਇਸ ਇਲਾਕੇ ਦੀ ਸਾਰੀ ਹੀ ਖਬਰ ਮੈਂ ਉਹਨਾਂ ਦੀ ਪੋਸਟ ਵਿੱਚ ਇਹ ਦੇਖ ਰਿਹਾ ਸੀ ਕਿ ਪੰਜਾਬ ਵਗੈਰਾ, ਬੰਗਾਲ ਵਗੈਰਾ ਸਾਰਿਆਂ ਨੂੰ ਹੀ ਉਹ ਕਵਰ ਅਪ ਕਰਕੇ ਅਤੇ ਬੜੇ ਹੀ ਅੱਛੇ ਢੰਗ ਨਾਲ ਉਹ ਚਲਾ ਰਹੇ ਹਨ। ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਿਆਦਾ ਉਹ ਤਰੱਕੀ ਕਰਨ, ਇਸ ਵਾਸਤੇ ਸਿੱਖ ਵੈਲਫੇਅਰ ਸੁਸਾਇਟੀ ਤੋਂ ਮੈਂ ਉਹਨਾਂ ਨੂੰ ਗੁੱਡ ਵਿਸ਼ੇਜ ਪੇਸ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਇਲਾਕੇ ਦੇ ਗੋਬਿੰਦ ਨਗਰ ਦੇ ਸਾਡੇ ਵੀਰ ਸਰਦਾਰ ਮੋਹਨ ਸਿੰਘ ਜੀ ਨੇ ਜਿਹੜਾ ਆਪਣਾ ਪੰਜਾਬੀ ਪੋਸਟ ਨਿਊਜ਼ ਚੈਨਲ ਬਣਾਇਆ ਹੈ, ਜਿਹੜਾ ਇਸ ਤੇ ਪੰਜਾਬੀ ਪੋਸਟ ਨਿਊਜ਼ ਚੈਨਲ ਇਸ ਟਾਈਮ ਸਿੱਖੀ ਦੀ ਆਵਾਜ਼ ਸਿੱਖਾਂ ਦੀ ਜਿਹੜੀ ਇਸ ਟਾਈਮ ਪੂਰੇ ਬੰਗਾਲ 'ਚ ਕੀ ਸੰਸਾਰ 'ਚ ਜਿਹੜੀ ਆਵਾਜ਼ ਹੈ ਉਸ ਨੂੰ ਲੈ ਕੇ ਪੰਜਾਬੀ ਪੋਸਟ ਨਿਊਜ਼ ਚੈਨਲ ਜਿਹੜਾ ਕੰਮ ਕਰ ਰਿਹਾ ਵਾ। ਇੱਥੇ ਸਾਨੂੰ ਬੜਾ ਹੀ ਗਰਵ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬਨਪੁਰ ਸਮੁੱਚੇ ਇਲਾਕੇ ਦੀ ਸਿੱਖ ਸੰਗਤ ਨੂੰ ਵਧਾਈ ਦੇ ਪਾਤਰ ਹੈ। ਆਪਣੇ ਸਾਡੇ ਭਰਾ ਸਰਦਾਰ ਮੋਹਨ ਸਿੰਘ ਜੀ ਨੇ ਜਿਹੜਾ ਪੰਜਾਬੀ ਪੋਸਟ ਨਿਊਜ਼ ਚੈਨਲ ਨੂੰ ਲੈ ਕੇ ਮੁਹਿੰਮ ਛੇੜੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਇਲਾਕੇ ਪੰਜਾਬੀ ਪੋਸਟ ਸਾਬਜੈਂਟ ਸਾਡੇ ਛੋਟੇ ਵੀਰ ਨੇ ਸਟਾਰਟ ਕੀਤਾ ਪੰਜਾਬੀ ਚੈਨਲ। ਸਾਨੂੰ ਬਹੁਤ ਖੁਸ਼ੀ ਹੋਈ ਆ। ਅਸੀਂ ਚਾਹੁੰਦੇ ਆ ਇਹ ਚੈਨਲ ਹੋਰ ਵੀ ਤਰੱਕੀ ਕਰੇ, ਹੋਰ ਬਹੁਤ ਅੱਗੇ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਤੋਂ ਲੈ ਕੇ ਬੰਗਾਲ ਦੀਆਂ ਹਲਚਲਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਗੱਲਾਂ, ਗੱਲ ਹੋਵੇਗੀ ਸਮਾਜ ਦੀ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਪੰਜਾਬੀਆਂ ਅਤੇ ਪੰਜਾਬੀਅਤ ਦੀ, ਰਾਜਨੀਤੀ ਦੇ ਨਾਲ ਸਿੱਖਾਂ ਦੇ ਹੱਕ ਦੀ ਗੱਲ, ਕੌਮ ਦੇ ਗੱਦਾਰ ਹੋ ਜਾਣ ਸਾਵਧਾਨ। ਸਾਡੇ ਸਿਰ ਤੇ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ। ਪੰਜਾਬੀ ਪੋਸਟ 7 ਦਿਨ ਬੰਗਾਲ। ਬੰਗਾਲ, ਝਾਰਖੰਡ ਅਤੇ ਪੰਜਾਬ ਦੀਆਂ ਹਰ ਖਬਰਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਹਰ ਹਲਚਲਾਂ, ਗੱਲ ਹੋਵੇਗੀ ਗੁਰਬਾਣੀ ਵਿਚਾਰ ਦੀ, ਸਿੱਖੀ ਸਿਧਾਂਤਾਂ ਦੀ, ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ। ਪੰਜਾਬੀ ਪੋਸਟ 7 ਦਿਨ ਬੰਗਾਲ SDTV ਤੇ। A person who is not in dialogue is always one-sided, ਉਹ one-sided ਹੋਏਗਾ। ਸਚਿਆਰ ਤੋਂ ਟੁੱਟਿਆ ਬੰਦਾ ਇਕਹਿਰਾ ਹੁੰਦਾ ਹੈ, ਇੱਕ ਪਾਸੜ ਹੁੰਦਾ ਹੈ। ਸਚਿਆਰ ਤੋਂ ਸੰਵਾਦ ਤੋਂ ਟੁੱਟਿਆ ਬੰਦਾ ਕੱਟੜ ਹੁੰਦਾ ਹੈ। ਕੱਟੜ ਜਿਹਨੂੰ ਅਸੀਂ ਕਹਿੰਦੇ ਹਾਂ, ਫੈਨੇਟਿਕ ਹੁੰਦਾ ਹੈ, ਜਿਹੜਾ ਸੰਵਾਦ ਤੋਂ ਟੁੱਟ ਜਾਂਦਾ ਹੈ। ਸੰਵਾਦ ਤੋਂ ਟੁੱਟਿਆ ਬੰਦਾ, ਮੈਂ ਕਹਿ ਸਕਦਾ, ਮੈਂ ਹੋ ਸਕਦਾ ਗਲਤ ਹੋਵਾਂ, ਸੰਵਾਦ ਤੋਂ ਟੁੱਟਿਆ ਬੰਦਾ ਤਾਨਾਸ਼ਾਹ ਹੁੰਦਾ ਹੈ। ਸੰਵਾਦ ਤੋਂ ਟੁੱਟਿਆ ਬੰਦਾ ਦਮਨਕਾਰੀ ਹੁੰਦਾ ਹੈ, ਜ਼ਿਆਦਤੀਆਂ ਕਰਦਾ ਹੈ, ਜ਼ੁਲਮ ਕਰਦਾ ਹੈ। ਜਿਹੜਾ ਸੰਵਾਦ ਤੋਂ ਟੁੱਟ ਜਾਏ, ਸੰਵਾਦ ਤੋਂ ਟੁੱਟਿਆ ਬੰਦਾ ਤੰਗ ਨਜ਼ਰੀਏ ਦਾ ਹੁੰਦਾ ਹੈ, ਸ਼ਾਰਟ ਨਜ਼ਰੀਏ ਵਾਲਾ ਹੁੰਦਾ ਹੈ। ਸੰਵਾਦ ਤੋਂ ਟੁੱਟਿਆ ਬੰਦਾ ਉਲਾਰਵਾਦੀ ਹੁੰਦਾ ਹੈ। ਇਸ ਲਈ ਸੰਵਾਦ ਵਿੱਚ ਰਹਿਣਾ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ, ਹਾਲੇ ਖਤਮ ਨਹੀਂ ਹੋਇਆ, ਖੁਸ਼ ਹੋ ਰਹੇ, ਬਸ ਲਾਸਟ ਹੈ। ਸੰਵਾਦ ਗੁਰੂ ਨਾਨਕ ਪਾਤਸ਼ਾਹ ਦਾ ਸੰਵਾਦ ਜਿਹੜਾ ਹੈ ਉਹ ਇੱਕ ਬੜਾ ਵੱਡਾ ਫਿਲਾਸਫਾ ਹੈ। ਪਰ ਸੰਵਾਦ ਕਿਉਂ ਜ਼ਰੂਰੀ ਹੈ? ਕਿਉਂਕਿ ਸੰਵਾਦ ਤੋਂ ਟੁੱਟਿਆ ਬੰਦਾ ਇੱਕ ਪਾਸੜ ਹੋ ਜਾਂਦਾ ਹੈ। ਇੱਕ ਨੁਕਤਾ ਸੰਵਾਦ ਬਾਰੇ ਗੁਰੂ ਨਾਨਕ ਦਾ ਕਹਿ ਕੇ ਮੈਂ ਗੱਲ ਸਮਾਪਤ ਕਰਾਂਗਾ। ਜਬ ਲਗ 2 ਸਿਧਾਂਤ ਨੇ, ਮੇਰੀ ਗੱਲ ਸੁਣ ਲਓ, ਬਸ ਮੈਂ ਬੈਠਣ ਵਾਲਾ। ਗੁਰੂ ਨਾਨਕ ਨੇ 2 ਸਿਧਾਂਤ ਦਿੱਤੇ ਨੇ ਸੰਵਾਦ ਵਿੱਚ ਰਹਿਣ ਵਾਸਤੇ। ਫਸਟ ਜਿਹੜਾ ਗੁਰੂ ਨਾਨਕ ਦਾ ਸਿਧਾਂਤ ਇਹ ਹੈ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਸੰਵਾਦ ਹੋ ਗਿਆ ਨਾ। ਜੇ ਮੈਂ ਸੁਣਾਂਗਾ ਔਰ ਫਿਰ ਕਹਾਂਗਾ, ਔਰ ਯਾਦ ਰੱਖਣਾ, ਸੁਣਨਾ ਪਹਿਲੇ ਹੈ, ਕਹਿਣਾ ਬਾਅਦ 'ਚ ਹੈ। ਅਸੀਂ ਕਈ ਵਾਰੀ ਸੁਣਦੇ ਹੈ ਹੀ ਨਹੀਂ, ਜੇ ਸੁਣਦੇ ਹਾਂ ਤਾਂ ਬਹੁਤ ਕੁਝ ਕਹਿ ਕੇ ਬਾਅਦ ਵਿੱਚ ਸੁਣਦੇ ਹਾਂ, ਚੱਲ ਤੂੰ ਵੀ ਦੱਸ ਕੀ ਹੋਇਆ। ਮੈਂ ਤੁਹਾਨੂੰ ਸੱਚ ਕਹਾਂ, ਇਹ ਤਾਂ ਬੜੇ ਵੱਡੇ ਲੈਵਲ ਦੀ ਗੱਲ ਹੈ। ਜੇ ਕੋਈ ਬੰਦਾ ਸੰਵਾਦ ਵਿੱਚ ਨਾ ਹੋਵੇ, ਉਹਦੇ ਕੋਲ ਬਚ ਕੇ ਰਹਿਣਾ ਚਾਹੀਦਾ। ਮੈਂ ਤਾਂ ਇਹ ਫੀਲ ਕਰਦਾ, ਜੇ ਕੋਈ ਬੰਦਾ ਸੰਵਾਦ ਨਹੀਂ ਕਰਦਾ, ਇਹਦਾ ਮਤਲਬ ਸਮਥਿੰਗ ਇਜ਼ ਰੋਂਗ। ਇਫ ਸਮਬਡੀ ਇਜ਼ ਨਾਟ ਇਨ ਡਾਇਲੌਗ ਆਲਵੇਜ਼, ਉਸ ਬੰਦੇ ਦੀ ਉਹ ਇਨਕਾਰਾ ਹੋ ਜਾਂਦਾ ਹੈ। ਇੱਥੇ ਜਿਹੜੀ ਗੁਰੂ ਨਾਨਕ ਕਹਿ ਰਹੇ ਨੇ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। As long as we are there in this world, we have to listen something and we have to say something. Let us first listen and then say. ਇਹ ਗੁਰੂ ਨਾਨਕ ਦਾ ਸਿਧਾਂਤ ਹੈ ਸੰਵਾਦ ਬਾਰੇ।
दूसरा सिद्धांत गुरु नानक पातशाह कहते ने सांझ करीजै गुणे केरी छोड़ अवगुण चलिए। बहुत बड़ा सिद्धांत है। लेट अस फॉर्म पार्टनरशिप and share virtues and find out similarities. Let us abandon our faults and walk on the path. ਕੀ ਹੁੰਦਾ ਹੈ ਕਿ ਜਦੋਂ ਅਸੀਂ ਸੰਵਾਦ ਵਿੱਚ ਹੋਵਾਂਗੇ ਤਾਂ ਗੁਰੂ ਨਾਨਕ ਕਹਿੰਦੇ ਨੇ ਸੰਵਾਦ ਤਾਂ ਸਫਲ ਹੋਏਗਾ ਜੇ ਅਸੀਂ ਸਿਮਿਲਰਿਟੀਜ਼ ਨੂੰ ਲੱਭਾਂਗੇ। What is similar between him and myself? ਇਹਦੇ ਵਿੱਚ ਔਰ ਮੇਰੇ ਵਿੱਚ ਸਿਮਿਲਰਿਟੀ ਕੀ ਹੈ? ਜੇ ਮੈਂ ਡਿਸਸਿਮਿਲਰਿਟੀ ਲੱਭਾਂਗਾ ਤਾਂ सच जाओ संवाद नहीं हो पाएगा। पहली गल ये है, फर्स्ट इज टू फाइंड आउट दी सिमिलरिटीज। तो गुरु नानक पातशाह ने इस सिद्धांत के मुताबिक, बस मैं सच्ची कह रहा, गुरु नानक पातशाह ने योगिया नाल संवाद किया, गुरु नानक पातशाह ने सिद्धा नाल संवाद किया, गुरु नानक पातशाह ने वेदांतिया नाल संवाद किया, बोधिया नाल, जैनिया नाल, सूफिया नाल, मौलानिया नाल, पंडितां नाल, घट्टो घट्ट इतने लोगों नाल गुरु नानक पातशाह ने सारी दुनिया का भ्रमण करके सारा हिंदुस्तान और अजकल आ रहा है कि 9 मुल्क जिहड़े ने घट्टो घट्ट गुरु नानक के संवाद के घेरे विच ने। 9 कंट्रीज बिग स्टार्टिंग फ्रॉम साउदी अरेबिया टू श्रीलंका टू नेपाल एंड इंडिया एंड पाकिस्तान एंड ऑल एंड अफगानिस्तान। 9 देश तो ऐसे ने जिथे गुरु नानक पातशाह ने संवाद किया है। तो गुरु नानक पातशाह का संवाद धर्म आगुआं नाल बहुत बड़ा है। गुरु नानक पातशाह मुल्तान गए ने, पाकपतन गए ने, हरिद्वार गए ने, कुरुक्षेत्र गए ने, बनारस गए ने, गया गए ने, पुरी गए ने, नेपाल गए, सिलोन गए, तिब्बत गए, सिक्किम गए, भूटान, मक्का, मदीना, बगदाद, काबुल, इन्हां जगह ते गुरु नानक पातशाह के संवाद जिहड़े ने वो सानू मिलते हैं। बड़े सियाणे लोग इत्थे बैठे ने। कुछ साल पहला एक खतरा पेश होया सी। बहुत सारे फिलोसफर्स ने, बड़े सारे राइटर्स ने कहना शुरू कर दिता सी कि अब जितनी भी लड़ाइयाँ होंगी वो लड़ाइयाँ आइडेंटिटी पर बेस्ड होंगी, वो लड़ाइयाँ कल्चरल जिहड़े डिफरेंसिस ने उहदे ते आधारित होंगी। सिविलाइजेशनल क्लैश की थियरी आ गई सी साडे सामने और कहा जा रहा सी फ्यूचर वॉर्स वुड बी फॉट नॉट बिटवीन कंट्रीज बट बिटवीन कल्चर्स एंड सिविलाइजेशंस। आने वाले दिनों में जी लड़ाई होएगी कल्चर्स विच होएगी और सिविलाइजेशंस विच होएगी। और फिर बड़ी चर्चा तो बाद मैं हैरान हो गया, बड़ी चर्चा तो बाद एक फैसला होया जिस फैसले की अनाउंसमेंट जी है ईरान के प्रधान ने की थी। वो कहता है डायलॉग, कहता है कि खतामी ने गल कही, वो कहता है कि आई प्रपोज that dialogue should take place among the cultures and civilization, and it as a first step I would suggest that cultures and civilizations should not be represented by politicians। वो कह रहा है, मैं नहीं कह रहा, कि दोवां विच जे तुसी क्लैश तो बचना है then you must have संवाद, must have dialogue। मैं कह तू किहड़ी नवीं गल कीती है। गुरु नानक 550 साल पहला कह गए सन सांझ करीजै गुणे केरी छोड़ अवगुण चलिए। गुरु नानक पहला कह गए सन कि जब लग दुनिया रही है नानक किछ सुनी है किछ कही है। हुण तुसीं कह रहे हो कि दुनिया में संवाद होना चाहिए कि क्लैश घट जाएंगे, सिविलाइजेशनल कल्चरल क्लैश नहीं होंगे। मनो एक फार्मूला लगता है गुरु नानक की बाणी में कि संवाद करने वास्ते और शांति वास्ते 3 चीज़ां जरूरी ने। फर्स्ट इज accept the identity of others, accept the identity of others। if you don't accept the identity of others you cannot have samvad, you cannot have dialogue। first condition is that you must accept the identity of others। हुणे रूप सिंह होरी सिद्ध गोश की गल कर रहे सन, पढ़ के देखो पहले सिद्धा नूं किस तरह गुरु नानक पातशाह उन्हां दी आइडेंटिटी नूं तस्लीम करते हैं, फिर संवाद शुरू हुंदा है। तो फर्स्ट प्रिंसिपल इज एक्सेप्ट द आइडेंटिटी ऑफ अदर्स एंड सेकंड इज respect the identities of others, not only accept the identity, respect the identity of others। मैं तेरी आइडेंटिटी नूं सलाम करदा, मैं तेरी आइडेंटिटी नूं रिस्पैक्ट करना, सन्मान देना, तां संवाद होएगा, तां दुनिया विच अज दे हालात के मुताबिक मैं कह रहा जे क्लैश होने की सिविलाइजेशनल आइडेंटिटी और कल्चर बेस पे क्लैश हो सकते हैं तो लेट अस एक्सेप्ट द आइडेंटिटी ऑफ अदर्स एंड सेकेंडली नॉट ओनली एक्सेप्ट बट रिस्पैक्ट द आइडेंटिटी ऑफ अदर्स। और तीसरा प्रिंसिपल बहुत वड्डा है
and protect the identity of others. Protect the identity of others. अपनी आइडेंटिटी प्रोटेक्ट सारे करते हैं, पर दूजिया की आइडेंटिटी भी प्रोटेक्ट करनी है। और मेरे को उदाहरण है उसका, जिंदा जागता उदाहरण। आई डिसअप्रूव ऑफ, एक जगह लिखा हुआ है ब्रिटिश पार्लीमेंट के बाहर, आई डिसअप्रूव ऑफ योर आइडेंटिटी बट आई विल ना, आई डिसअप्रूव ऑफ योर व्यूज बट आई विल डिफेंड टिल डेथ योर राइट टू से सो। मैं तेरे विचारों नाल सहमत नहीं है, पर मैं अपनी जान दे देंगा कि तेरे विचार जिंदा रहना। मैं तेरे विचारों नाल सहमत नहीं हाँ, पर मैं जो ये सेंटेंस पढ़िया ब्रिटिश पार्लीमेंट के उत्ते लिखा, मैं क्या ये तो हुण लिखते पे ने, मेरे गुरु तेग बहादुर तो तिलक नहीं सन लाते, मेरे गुरु तेग बहादुर तो जनेऊ नहीं सन पहनते, पर जो पंडितां ने कहा साडा जनेऊ उतर रहा है, साडा तिलक उतर रहा है, तो गुरु तेग बहादुर ने कहा सी मैं तो नहीं पाँदा पर तुहाडा नहीं उतरन देंगा, जे कोई तेरा जनेऊ उतारेगा तो मैं अपनी जान दे देंगा। और ये गुरु नानक जी का फलसफा है। मैं अपनी गल इत्थे समाप्त करदा। बस एक कोट तुहानूं होर सुनाना चाहता, क्योंकि मैं कलकत्ते पता नहीं फिर मैनूं कदों बुलाणगे, ते हजारी प्रसाद द्विवेदी, हजारी प्रसाद द्विवेदी आफ्टर गोइंग थ्रू द प्रोसेस ऑफ संवाद ऑफ गुरु नानक, वो जो लिखते हैं मैनूं लगता है वही मेरे वास्ते काफ़ी है। मैं तुहानूं सुना के अपनी गल समाप्त करांगा। वो कहता है 500 वर्ष बीत गए, ये उन्हें 500 वर्ष पहले लिखा, अज तो 50 साल पहले लिखा हजारी प्रसाद द्विवेदी ने, हुण तो 550 हो गए हैं। 500 वर्ष बीत गए, भारत के विशाल आकाश के नीचे ना जाने कितनी घटनाएं घटी। मेरी हिंदी कमज़ोर है, गलती हो तो माफ़ करना। धरती को ना जाने कितनी बार रक्त स्नान से सिक्त होना पड़ा। अन्याय और शोषण ने ना जाने कितने तांडव किए, पर कार्तिकी पूर्णिमा का चांद अपनी स्निग्ध शामक शोभा उसी तरह बिखेरता जा रहा है। कार्तिक पूर्णिमा का गुरु नानक पातशाह, कार्तिक पूर्णिमा का चांद अपनी स्निग्ध शामक शोभा उसी तरह बिखेरता जा रहा है। गुरु की पवित्र वाणी उतनी ही सन्निग्ध ज्योति विकीर्ण कर रही है। फिर वो कहता है हजारी प्रसाद, उतरो महागुरु, उतरो महागुरु, एक बार और उतरो। ਬੰਗਾਲ ਝਾਰਖੰਡ ਅਤੇ ਪੰਜਾਬ ਦੀਆਂ ਹਰ ਖਬਰਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਹਰ ਹਲਚਲਾਂ, ਗੱਲ ਹੋਵੇਗੀ ਗੁਰਬਾਣੀ ਵਿਚਾਰ ਦੀ, ਸਿੱਖੀ ਸਿਧਾਂਤਾਂ ਦੀ, ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ। ਪੰਜਾਬੀ ਪੋਸਟ, 7 ਦਿਨ ਬੰਗਾਲ SDTV ਤੇ। ਪੰਜਾਬ ਤੋਂ ਲੈ ਕੇ ਬੰਗਾਲ ਦੀਆਂ ਹਲਚਲਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਗੱਲਾਂ, ਗੱਲ ਹੋਵੇਗੀ ਸਮਾਜ ਦੀ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ। ਗੱਲ ਪੰਜਾਬੀਆਂ ਅਤੇ ਪੰਜਾਬੀਅਤ ਦੀ, ਰਾਜਨੀਤੀ ਦੇ ਨਾਲ ਸਿੱਖਾਂ ਦੇ ਹੱਕ ਦੀ ਗੱਲ। ਕੌਮ ਦੇ ਗੱਦਾਰ ਹੋ ਜਾਣ ਸਾਵਧਾਨ। ਸਾਡੇ ਸਿਰ ਤੇ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ। ਪੰਜਾਬੀ ਪੋਸਟ 7 ਦਿਨ ਬੰਗਾਲ।